ਅਸੀਂ ਬਾਣੀ ਪੜ੍ਹਦੇ ਹਾਂ। ਬਾਣੀ ਤਰੀਕਾ ਦੱਸਦੀ ਹੈ ਪੰਜਾਂ ਤੋਂ ਛੁੱਟਣ ਦਾ, ਪਰ ਗੁਰੂ ਸਾਹਿਬ ਕਹਿੰਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਵਲ ਭੰਗਮ ਸਾਧੇ, ਪੰਜ ਜਨਾ ਸਿਉ ਸੰਗ ਨਾ ਛੁਟਕਿਓ, ਐਹਨ ਬਿਦ ਬਾਧੇ। ਗੁਰੂ ਸਾਹਿਬ ਕਹਿੰਦੇ ਤੂੰ ਪਾਠ ਪੜ੍ਹ ਰਿਹਾ ਸੀ, ਵੇਦ ਸ਼ਾਸਤਰ ਪੜ੍ਹ ਰਿਹਾ ਸੀ ਤਾਂ ਕਿ ਪੰਜਾਂ ਤੇਰੇ ਕਾਬੂ ਆ ਜਾਣ, ਪਰ ਤੂੰ ਪਾਠ ਵੀ ਪੜ੍ਹ ਰਿਹਾ ਹੈ, ਕੋਈ ਕਾਸੇ ਦਾ ਪਾਠ ਪੜ੍ਹ ਰਿਹਾ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰ ਰਹੇ ਹਾਂ, ਤੇ ਪਰ ਪੰਜ ਸਾਡੇ ਘਟਣ ਦੀ ਬਜਾਏ ਵੱਧ ਰਿਹਾ। ਇਹਦਾ ਮਤਲਬ ਕੀ ਹੋਇਆ? ਤਰੀਕਾ ਕੋਈ ਗਲਤ ਹੋ ਗਿਆ। ਇਹ ਨਹੀਂ ਹੈ ਬਾਣੀ ਨਹੀਂ ਪੜ੍ਹਨੀ, ਬਾਣੀ ਤਾਂ ਪੜ੍ਹਨੀ ਹੈ, ਪਰ ਪੜ੍ਹ ਕੇ ਹਿਰਦੇ 'ਚ ਜਾਵੇ, ਜਿਹਦੇ ਨਾਲ ਪੰਜਾਂ ਦਾ ਸੰਗ ਟੁੱਟਣਾ ਸ਼ੁਰੂ ਹੋ ਜਾਂਦਾ, ਪੰਜੇ ਕਾਬੂ ਆਉਣੇ ਸ਼ੁਰੂ ਹੋ ਜਾਂਦੇ ਆ। 10 ਇੰਦਰੀ ਕਰ ਰਾਖੇ ਵਾਸ, ਸਾਡੀਆਂ 10 ਇੰਦਰੀਆਂ, ਪੰਜੇ ਜਿਹੜੀਆਂ ਹੈਗੀਆਂ ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ ਬੇਕਾਬੂ ਹੋ ਕੇ ਭੱਜੀਆਂ ਫਿਰਦੀਆਂ, ਇਹ ਕਾਬੂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਹੱਥ ਪੈਰ ਅੱਖਾਂ ਨੱਕ ਕੰਨ ਜ਼ਬਾਨ ਸਭ ਆਗੂ ਇਹ ਕਾਬੂ ਆ ਜਾਂਦੇ ਹੈ। ਆਤਮ ਕੇ ਆਤਮੇ ਹੋਏ ਪ੍ਰਗਾਸ, ਅੰਦਰ ਆਤਮਾ ਦਾ ਚਾਨਣ ਹੋ ਜਾਂਦਾ, ਸੂਝ ਪੈ ਜਾਂਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਮਾੜੀ ਮੋਟੀ ਗੱਲ ਨਹੀਂ ਹੈ, ਮਾੜੀ ਮੋਟੀ ਪ੍ਰਾਪਤੀ ਨਹੀਂ ਹੈ ਵੀ ਪੰਜਾਂ ਤੋਂ ਦੂਰ ਹੋ ਜਾਓ ਤੁਸੀਂ। 10 ਇੰਦਰੀਆਂ ਕਾਬੂ ਆ ਜਾਣ, ਪਰਮਾਤਮਾ ਤੁਹਾਨੂੰ ਸਭ ਥਾਂ ਵਸਦਾ ਦਿਸਣ ਲੱਗ ਜਾਵੇ, ਇਹ ਤਾਂ ਹੀ ਪੋਸੀਬਲ ਹੈ ਜੇ ਗੁਰੂ ਦਾ ਸ਼ਬਦ ਅੰਤਰ ਹਿਰਦੇ ਦੇ ਅੰਦਰ ਜਾਵੇ, ਮਨ ਉਤੇ ਵਿਚਾਰ ਕਰੇ। ਐਸੀ ਦ੍ਰਿੜਤਾ ਤਾਂ ਕਿ ਹੋਏ, ਜਾ ਕੋ ਦਇਆ ਮਇਆ ਪ੍ਰਭ ਸੋਏ। ਗੁਰੂ ਸਾਹਿਬ ਕਹਿੰਦੇ ਜੇ ਤੁਹਾਡੇ ਹਿਰਦੇ 'ਚ ਗੁਰੂ ਦਾ ਸ਼ਬਦ ਜਾ ਵੜੇ, ਗੁਰਬਾਣੀ ਦੀ ਤੁਹਾਨੂੰ ਪੂਰੀ ਸਮਝ ਆ ਜਾਵੇ, ਗੁਰਬਾਣੀ ਬਾਰੇ ਤੁਰੇ ਫਿਰਦੇ ਵਿਚਾਰ ਕਰਦੇ ਫਿਰੋ, ਹੋਰ ਵੀ ਕਿਸੇ ਨਾਲ ਗੁਰਬਾਣੀ ਦੀਆਂ ਗੱਲਾਂ ਕਰੀਏ, ਸਮਝ ਲਓ ਸਾਡੇ 'ਤੇ ਬੜੀ ਵੱਡੀ ਕਿਰਪਾ ਹੋ ਗਈ। ਆਓ ਅਸੀਂ ਸਾਰੇ ਰਲ ਕੇ ਹਿਰਦੇ 'ਚ ਗੁਰੂ ਦੇ ਸ਼ਬਦ ਨੂੰ ਵਸਾਈਏ, ਸਾਰਾ ਗ੍ਰੰਥ ਸਾਹਿਬ ਸਮਝਣ ਦੀ ਕੋਸ਼ਿਸ਼ ਕਰੀਏ, ਤੇ ਪਰਮਾਤਮਾ ਸਾਡੇ 'ਤੇ ਦਇਆ ਕਰ ਦੇਊਗਾ। ਸਾਜਨ ਦੁਸ਼ਟ ਜਾ ਕੇ ਏਕ ਸਮਾਨੇ, ਜੇਤਾ ਬੋਲਣ ਤੇਤਾ ਗਿਆਨੇ, ਤੇਤਾ ਸੁਨਣਾ ਜੇਤਾ ਸੁਨਣਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਗੁਰੂ ਸਾਹਿਬ ਕਹਿੰਦੇ ਜੇ ਤੁਹਾਨੂੰ ਇਹ ਦ੍ਰਿੜ ਕਰਨਾ ਆ ਗਿਆ, ਤੁਹਾਡੇ 'ਤੇ ਵੀ ਕਿਰਪਾ ਹੋ ਜੂ ਪਰਮਾਤਮਾ ਦੀ, ਜੇ ਤੁਹਾਡੇ ਹਿਰਦੇ 'ਚ ਗੁਰੂ ਦਾ ਸ਼ਬਦ ਵਸ ਜਾਵੇ। ਜਿਨ੍ਹਾਂ ਦੇ ਅੰਦਰ ਹਿਰਦੇ 'ਚ ਗੁਰੂ ਦਾ ਸ਼ਬਦ ਵਸ ਜਾਂਦਾ, ਉਹਦੇ 'ਚ ਬੜਾ ਵੱਡਾ ਬਦਲਾਵ ਆ ਜਾਂਦਾ। ਉਹਦੇ ਵਾਸਤੇ ਸੱਜਣ ਮਿੱਤਰ ਤੇ ਦੁਸ਼ਮਣ ਇੱਕੋ ਬਰਾਬਰ ਹੋ ਜਾਂਦੇ ਆ। ਭਾਈ ਕਨਈਏ ਵਾਂਗੂ ਸਭ 'ਚੋਂ ਪਰਮਾਤਮਾ ਦਿਸਣ ਲੱਗ ਜਾਂਦਾ, ਉਹਨੂੰ ਵੈਰੀ ਮਿੱਤਰ ਇੱਕੋ ਜਿਹੇ ਲੱਗਦੇ ਆ। ਪਰ ਅੱਜ ਦੇਖੀਏ ਕਿੰਨੇ ਕੁ ਗੁਰੂ ਦੇ ਸਿੱਖ ਹੈ ਜਿਨ੍ਹਾਂ ਨੂੰ ਵੈਰੀ ਮਿੱਤਰ ਬਰਾਬਰ ਲੱਗਣ ਲੱਗ ਗਿਆ। ਜੇਤਾ ਬੋਲਣ ਤੇਤਾ ਗਿਆਨੋ, ਗੁਰੂ ਦਾ ਸਿੱਖ ਜੋ ਵੀ ਬੋਲੂਗਾ ਗੁਰੂ ਦੇ ਬੋਲ ਹੀ ਬੋਲੂਗਾ, ਗੁਰੂ ਦੇ ਗਿਆਨ ਦੀ ਗੱਲ ਕਰੂਗਾ, ਸਿਰਫ ਗੁਰਬਾਣੀ ਅਨੁਸਾਰ ਗੱਲ ਕਰੂਗਾ, ਹੋਰ ਉਹ ਕੁਛ ਨਹੀਂ ਬੋਲਦਾ। ਜੇਤਾ ਸੁਣਨਾ ਤੇਤਾ ਨਾ, ਪਰ ਕੰਨਾਂ ਨਾਲ ਵੀ ਨਿੰਦਿਆ ਚੁਗਲੀ ਨਹੀਂ ਸੁਣਦਾ, ਗੰਦੇ ਗੀਤ ਨਹੀਂ ਸੁਣਦਾ, ਪਰਮਾਤਮਾ ਦੀਆਂ ਸਿਫਤਾਂ ਸੁਣਦਾ ਹੈ, ਪਰਮਾਤਮਾ ਦਾ ਨਾਮ ਹੀ ਸੁਣਦਾ ਹੈ। ਇਸ ਅਵਸਥਾ 'ਤੇ ਅਸੀਂ ਵੀ ਜਾਣਾ, ਸਾਡੀ ਵੀ ਇਹ ਆਦਤ ਬਣ ਜਾਵੇ, ਅਸੀਂ ਬੋਲੀਏ ਕੋਈ ਗੁਰੂ ਦੀ ਗੱਲ ਹੀ ਬੋਲੀਏ, ਗੁਰਮਤਿ ਕਰੀਏ, ਗੁਰੂ ਦੇ ਗਿਆਨ ਦੀ ਗੱਲ ਕਰੀਏ, ਕੋਈ ਪਰਮਾਤਮਾ ਦੇ ਨਾਮ ਨੂੰ ਸੁਣਨ ਦੀ ਆਦਤ ਪਾਈਏ। ਫਿਰ ਅੱਖਾਂ ਨਾਲ ਵੀ ਉਹਨੂੰ ਹੀ ਦੇਖੀਏ, ਜੇਤਾ ਪੇਖਣ ਤੇਤਾ ਧਿਆਨ, ਜਿੱਧਰ ਦੇਖਾਂਗੇ ਸਾਨੂੰ ਅਕਾਲ ਪੁਰਖ ਪਰਮਾਤਮਾ ਹੀ ਦਿਖੇ ਸਭ ਦੇ ਵਿੱਚ। ਇਸ ਅਵਸਥਾ 'ਤੇ ਅਸੀਂ ਸਭ ਨੇ ਜਾਣਾ, ਫਿਰ ਵੈਰੀ ਮਿੱਤਰ ਬਰਾਬਰ ਹੁੰਦੇ, ਐਵੇਂ ਨਹੀਂ ਹੁੰਦੇ। ਸਹਿਜੇ ਜਾਗਨ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋ ਹੋਏ,
सहज विराग सहजे ही हसना, सहजे चुप सहजे ही जपना। सहज की हुंदा है? आदत बन जानी, परमात्मा नूं याद करन दी आदत बन जाए, गुरु दीयां गल्लां करन दी आदत बन जाए। सहजे जागे सहजे सोए। गुरु दा सिख चाहे जागदा चाहे सुत्ता है, उहदा अंदरों ध्यान गुरु वाल ते परमात्मा वाल हो जाता है। वो परमात्मा की रजा मनन लग जाता है। जो परमात्मा करता कहता ही वधिया, बस सहजे होता जाए सो होए। वो परमात्मा की रजा चलता है। जो परमात्मा करता है उन्होंने खिड़े मत्थे मनता हो, असी भी उहदे भाणे नूं मनना है। सहज विराग सहजे ही हसना। कोई गमी दी घटना हो जाए, खुशी दी हो जाए, उहदे ते कोई फर्क नहीं पैंदा। उन्होंने खुशी गमी का कोई ना, खुशी दी खुशी नहीं, गमी दी गम नहीं है। बड़ी उच्ची अवस्था चला जाता है, बड़ी वड्डी सहनशीलता आ जाती है। सहजे चुप सहजे ही जपना। वो चुप बैठा भी अंदरों वह मन गुरु दी गल्लां ते परमात्मा ना करदा। सहजे ही जपना। तो जो बोलदा है उदों भी तू ही बोलदा है, अंदरों ही परमात्मा नूं बोलन लग जाता है। सहजे भोजन सहजे पाओ, सहजे मिट्यो सगल दुराओ। सहजे हुआ साधु संग, सहजे मिलियो पार ब्रह्म निसंग। इस तरह जिन्हां दे हिरदे च गुरु का शब्द वस जाता है, बड़ी वड्डी प्राप्ति कर लेंदे आ। वो सहजे भोजन सहजे पाओ। वो परमात्मा दे नाम दा भोजन बना लेंदे, उहदा मन दा भोजन बन जाता है। परमात्मा नाल प्यार करना उहदा सहज पाओ। एक दूजे नाल सब दे विच परमात्मा नूं वसदा देखदा ते सब नाल फिर परमात्मा नूं वेख के सब नाल प्यार करन लग जांदा है। तां उहदे वैरी मित्र बराबर हुंदे, क्योंकि उस हरेक च परमात्मा नूं वसदा दिखदा है। सहजे मिट्टियो सगल दराओ। इस तरह उहदा कपट माड़ी सोच उहदी मिट जाती है। सगल दराओ, लुका कपट अंदर माड़ी सोच उहदी खत्म हो जाती है। जिवें जिवें गुरु का शब्द मन च वसदा है, परमात्मा नाल प्यार बनता जाता है, उहदे अंदरों सारा कपट वैर विरोध ईर्खा खत्म हो जाती है, मन ऐन साफ हो जाता है। सहजे हुआ साधु संग। पर ये गुरु दे सहज मिलाप नाल आपदी मत उहदी खत्म हो जाती है, तो गुरु की मत ते चलना शुरू हो जाता है। साधु का संग करता है, गुरु ग्रंथ साहिब की बाणी अनुसार चलन का उहदा सहज बन जाता, आदत बन जाता है। सहज मिलियो पार ब्रह्म निसंग। इस तरह गुरु के मुताबिक चलते हैं, उन्होंने प्रतख तौर पर परमात्मा मिल पैंदा है। वह सवास सवास सिमरन उन्होंने करना आ जाता है। वह जिधर देखता है परमात्मा ही दिखता है उन्होंने। ये बड़ी उच्ची अवस्था पर चला जाता है। सहजे गृह में सहज उदासी, सहजे दुबदा तन की नासी। जाके सहज मन पया आनंद, ताको भेटिया परमानंद। वार वार गुरु साहब इस शब्द च सहज की गल कर रहे हैं। जिवें पिछले शब्द विच जास जपत की गल करते सी, इस शब्द विच सहज नूं हाईलाइट किया गया है। सहज सुभाਅ की गल की गई है। सहजे गृह में सहजे उदासी। गुरु साहब कहते जिहड़े गुरु के शब्द नूं मन च वसा के परमात्मा का नाम जपना सिख लैंदे आ, वो भावां घर च बैठन ते भावां किते भी दुनिया वालों घर बार छड्ड के होर थां भी चला जाए, तां भी वो परमात्मा नाल जुड़िया रहिंदा है। पर परमात्मा नाल जुड़ जाते, वो घरे बैठे ही जुड़ जाते, उन्होंने किते जाण की लोड़ नहीं रह जाती। असी सहज गृह में सहज उदासी।
ਕਿਰਤਕਾਰ ਕਰਦਿਆਂ, ਕੰਮਕਾਰ ਕਰਦਿਆਂ, ਉੱਠਦਿਆਂ ਬਹਿੰਦਿਆਂ, ਸੁੱਤਿਆਂ ਹੀ ਪਰਮਾਤਮਾ ਨੂੰ ਯਾਦ ਕਰਨ ਦੀ ਆਦਤ ਬਣ ਜਾਵੇ, ਸਹਿਜ ਬਣ ਜਾਵੇ, ਤੇ ਆਪਣੇ ਆਪ ਉਦਾਸ ਹੋ ਜਾਂਦਾ, ਉਹਨੂੰ ਦੁਨੀਆ ਦੀ ਕੋਈ ਚੀਜ਼ ਨਹੀਂ ਚਾਹੀਦੀ, ਰੱਜ ਜਾਂਦਾ ਉਹ। ਸਹਿਜੇ ਦੁਬਦਾ ਤਨ ਕੀ ਨਾਸੀ। ਸਾਡੇ ਅੰਦਰ ਹੁਣ ਦੁਬਦਾਵਾਂ ਚੱਲਦੀਆਂ, ਭਰਮ ਹੈ, ਅਗਿਆਨਤਾ ਹੈ। ਜਿਵੇਂ ਜਿਵੇਂ ਗੁਰਦਾਸ ਸ਼ਬਦ ਮਨ 'ਚ ਵਸਦਾ ਹੈ, ਮਨ ਨੂੰ ਸਮਝ ਆਉਂਦੀ ਹੈ, ਮਨ ਗੁਰੂ ਮੁਤਾਬਕ ਚੱਲਦਾ, ਪਰਮਾਤਮਾ ਦੇ ਗੁਣ ਗਾਉਂਦਾ, ਸਿਫਤਾਂ ਕਰਦਾ, ਤੇ ਸਾਡੇ ਤਨ ਦੇ ਅੰਦਰੋਂ ਦੁਬਿਧਾਵਾਂ, ਵੈਰ ਵਿਰੋਧ ਸਭ ਖਤਮ ਹੋ ਜਾਂਦਾ ਹੈ, ਸਹਿਜ ਆ ਜਾਂਦਾ ਹੈ, ਮਨ ਐਨ ਰੁਕਣਾ ਸ਼ੁਰੂ ਹੋ ਜਾਂਦਾ ਹੈ। ਫਿਰ ਜਾ ਕੇ ਸਹਿਜ ਮਨ ਪਿਆ ਆਨੰਦ। ਗੁਰੂ ਸਾਹਿਬ ਕਹਿੰਦੇ ਸਹਿਜ ਮਾੜੀ ਮੋਟੀ ਚੀਜ਼ ਨਹੀਂ ਹੈ, ਸਹਿਜ ਸੁਭਾਅ, ਸਹਿਜ ਮਿਲਿਆ ਮਿਲਿਆ ਪਰਵਾਨ, ਨਾ ਤਿਸ ਆਵਣ ਨਾ ਤਿਸ ਜਾਣ। ਗੁਰੂ ਸਾਹਿਬ ਕਹਿੰਦੇ ਜੇ ਤੁਹਾਡੇ ਮਨ 'ਚ ਸਹਿਜ ਆ ਗਿਆ, ਮਨ ਦਾ ਸਹਿਜ ਕੀ ਹੈ? ਪਰਮਾਤਮਾ ਨੂੰ ਯਾਦ ਕਰਨ ਦਾ ਸਹਿਜ, ਗੁਰਬਾਣੀ ਨੂੰ ਮਨ ਦੇ ਵਿੱਚ ਵਿਚਾਰਨ ਦਾ ਸਹਿਜ ਆਦਤ ਬਣ ਜਾਵੇ, ਤੇ ਮਨ 'ਚ ਆਨੰਦ ਆ ਜਾਂਦਾ, ਮਨ ਐ ਰੱਜ ਜਾਂਦਾ, ਸੱਚਾ ਨਾਮ ਮੇਰਾ ਆਧਾਰੋ ਹੋ ਜਾਂਦਾ। ਅੱਜ ਸਾਡੇ ਮਨ 'ਚ ਆਨੰਦ ਨਹੀਂ ਆਇਆ, ਕਿਉਂਕਿ ਸਹਿਜ ਦੀ ਅਵਸਥਾ 'ਚ ਅਸੀਂ ਨਹੀਂ ਗਏ। ਤਾਂ ਕੋ ਭੇਟਿਆ ਪਰਮਾਨੰਦ। ਗੁਰੂ ਸਾਹਿਬ ਕਹਿੰਦੇ ਕਿਉਂ ਆਨੰਦ ਆ ਜਾਂਦਾ ਮਨ 'ਚ? ਮਨ 'ਚ ਆਨੰਦ ਕਦੋਂ ਆਉਂਦਾ? ਜਦੋਂ ਦੇ ਪੰਜੇ ਕਾਬੂ ਹੁੰਦੇ ਆ, ਉਦੋਂ ਆਨੰਦ 'ਚ ਜਾਂਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਸਿੱਧਾ ਆਨੰਦ ਨਹੀਂ ਹੁੰਦਾ, ਮਨ ਪਰਮਾਤਮਾ ਨਾਲ ਮਿਲਾਪ ਕਰ ਲੈਂਦਾ, ਪਰਮਾਨੰਦ ਪਰਮਾਤਮਾ ਨੂੰ ਮਿਲ ਕੇ ਉਹਦੇ ਨਾਲ ਮਿਲਾਪ ਹੋ ਜਾਂਦਾ, ਭੇਟਾ ਹੋ ਜਾਂਦੀ, ਤਾਂ ਇਹ ਆਨੰਦ ਆਉਂਦਾ, ਮਨ ਸ਼ਾਂਤ ਹੁੰਦਾ, ਮਨ ਰੱਜਦਾ। ਇਸ ਕਰਕੇ ਸਾਨੂੰ ਪਰਮਾਤਮਾ ਨਾਲ ਮਿਲਾਪ ਕਰਨਾ ਪੈਣਾ, ਪਰ ਗੁਰੂ ਦੀ ਅਕਲ 'ਤੇ ਚੱਲ ਕੇ, ਆਪ ਦੀ ਅਕਲ 'ਤੇ ਚੱਲ ਕੇ ਅਸੀਂ ਪਰਮਾਤਮਾ ਨਾਲ ਮਿਲਾਪ ਨਹੀਂ ਕਰ ਸਕਦੇ, ਸਹਿਜ ਆਨੰਦ 'ਚ ਨਹੀਂ ਜਾ ਸਕਦੇ। ਸਹਿਜੇ ਅੰਮ੍ਰਿਤ ਪੀਓ ਨਾਮ, ਸਹਿਜੇ ਕੀਨੋ ਜੀ ਕੋ ਦਾਨ, ਸਹਿਜ ਕਥਾ ਮੇਂ ਆਤਮ ਰਸਿਆ, ਤਾਂ ਕਿ ਸੰਗ ਅਬਨਾਸੀ ਵਸਿਆ। ਗੁਰੂ ਸਾਹਿਬ ਕਹਿੰਦੇ ਜਿਵੇਂ ਜਿਵੇਂ ਤੁਸੀਂ ਗੁਰੂ ਦੇ ਸ਼ਬਦ ਨੂੰ ਮਨ 'ਚ ਵਸਾਓਗੇ, ਗੁਰੂ ਤੁਹਾਨੂੰ ਪਰਮਾਤਮਾ ਦੀ ਸਮਝ ਦੇਊਗਾ, ਕਣ ਕਣ 'ਚ ਵਸਦਾ ਉਹਨੂੰ ਦਿਖਾਊਗਾ, ਉਹਦਾ ਨਾਮ ਜਪਣਾ, ਉਹਦੀਆਂ ਸਿਫਤਾਂ ਕਰਨਾ ਸਿਖਾਊਗਾ। ਜਿਵੇਂ ਜਿਵੇਂ ਸਹਿਜ ਨਾਲ ਉਹਦੀਆਂ ਸਿਫਤਾਂ ਗਾਵਾਂਗੇ, ਸਾਡਾ ਮਨ ਪਰਮਾਤਮਾ ਦੇ ਅੰਮ੍ਰਿਤ ਨਾਮ ਨੂੰ ਪੀਣਾ ਸਿੱਖ ਲੈਂਦਾ, ਪੀਣਾ ਸ਼ੁਰੂ ਕਰ ਦਿੰਦਾ। ਸਹਿਜੇ ਕੀਨੋ ਜੀ ਕੋ ਦਾਨ, ਸਹਿਜ ਦੇ ਨਾਲ ਹੀ ਉਹ ਹੋਰਾਂ ਨੂੰ ਵੀ ਇਹ ਨਾਮ ਜਪਣਾ ਸਿਖਾ ਦਿੰਦਾ, ਅੰਮ੍ਰਿਤ ਪੀਣਾ ਸਿਖਾ ਦਿੰਦਾ। ਗੁਰੂ ਦਾ ਸਿੱਖ ਆਪ ਵੀ ਅੰਮ੍ਰਿਤ ਪੀਂਦਾ ਤੇ ਦੂਜਿਆਂ ਨੂੰ ਵੀ ਅੰਮ੍ਰਿਤ ਪੀਣਾ ਸਿਖਾ ਦਿੰਦਾ। ਆਪ ਵੀ ਬਾਣੀ ਨੂੰ ਮਨ 'ਚ ਵਸਾਉਂਦਾ, ਦੂਜਿਆਂ ਨੂੰ ਵੀ ਬਾਣੀ ਨੂੰ ਮਨ 'ਚ ਵਸਾਉਣਾ ਸਿਖਾ ਦਿੰਦਾ। ਸਹਿਜ ਕਥਾ ਮੇਂ ਆਤਮ ਰਸਿਆ, ਤਾਂ ਕਿ ਸੰਗ ਅਬਨਾਸੀ ਵਸਿਆ। ਇਸ ਤਰ੍ਹਾਂ ਸਹਿਜ ਵਾਲੀ ਅਵਸਥਾ ਜਦੋਂ ਬਣਦੀ ਹੈ, ਅੰਦਰੋਂ ਹੀ ਪਰਮਾਤਮਾ ਦੀਆਂ ਸਿਫਤਾਂ ਦੀਆਂ ਗੱਲਾਂ ਚੱਲ ਪੈਂਦੀਆਂ। ਜਦੋਂ ਅੰਦਰੋਂ ਪਰਮਾਤਮਾ ਦੀਆਂ ਸਿਫਤਾਂ ਮਨ ਕਰਦਾ, ਉਹਦੀ ਜਿੰਦ ਰਚੀ ਮੁਚੀ ਰਹਿੰਦੀ, ਉਹਦੇ ਅੰਦਰੋਂ ਮਨ ਆਤਮਾ ਪਰਮਾਤਮਾ ਨਾਲ ਜੁੜੀ ਨਾ ਸ਼ੁਰੂ ਕਰ ਦਿੰਦੀ ਹੈ। ਤਾਂ ਕਿ ਸੰਗ ਅਬਨਾਸੀ ਵਸਿਆ, ਉਹਦੇ ਹਿਰਦੇ 'ਚ ਅਬਨਾਸੀ ਪਰਮਾਤਮਾ, ਆ ਸੱਚ ਜਗਾ ਸੱਚ, ਸਦਾ ਰਹਿਣ ਵਾਲਾ ਪਰਮਾਤਮਾ ਉਹ ਵਸ ਜਾਂਦਾ, ਉਹਦੇ ਨਾਲ ਪਿਆਰ ਬਣ ਜਾਂਦਾ ਹੈ। ਸਹਿਜੇ ਆਸਨ ਅਸਥਿਰ ਪਾਇਆ, ਸਹਿਜੇ ਅਨਹਦ ਸ਼ਬਦ ਵਜਾਇਆ, ਸਹਿਜੇ ਰੁਣ ਝੁਨਕਾਰ ਸੁਹਾਇਆ, ਤਾਂ ਕੇ ਕਾਰ ਤਾਂ ਕਹਿ ਕਰ ਪਾਰ ਬ੍ਰਹਮ ਸਮਾਇਆ। ਗੁਰੂ ਸਾਹਿਬ ਕਹਿੰਦੇ ਤੁਹਾਡੇ ਮਨ ਨੇ ਸਹਿਜ ਆਸਨ 'ਚ ਜਾਣਾ, ਤੁਹਾਡਾ ਮਨ ਪਰਮਾਤਮਾ ਨੂੰ ਯਾਦ ਕਰਨ ਦਾ ਆਸਨ ਲਾ ਲਵੇ, ਇਹ ਅਸਥਿਰ ਹੋ ਜਾਂਦਾ, ਨਹੀਂ ਤਾਂ ਇਹ ਭੱਜਿਆ ਰਹਿੰਦਾ ਹੈ। ਮਨ
ਭਜਦਾ ਜਿਹੜਾ 24 ਘੰਟੇ ਇਹ ਟਿਕ ਜਾਂਦਾ ਹੈ, ਅਸਥਿਰ ਹੋ ਜਾਂਦਾ ਹੈ। ਅਡੋਲ ਅਵਸਥਾ 'ਚ ਉਹ ਸਦਾ ਟਿਕਾਣਾ ਬਣਿਆ ਰਹਿੰਦਾ, ਮਨ ਫਿਰ ਭਜਦਾ ਨਹੀਂ, ਮਨ ਇਛਾਵਾਂ ਬਣਾਉਣਾ ਖਤਮ ਹੋ ਜਾਂਦਾ ਹੈ। ਉਸ ਨੂੰ ਉਹ ਟਿਕਾਣਾ ਚੰਗਾ ਲੱਗਦਾ, ਬਸ ਮਨ ਨੂੰ ਫਿਰ ਕੀ ਕਰ ਲੈਂਦਾ ਹੈ, ਪਰਮਾਤਮਾ ਦਾ ਨਾਮ ਜਪਣਾ ਹੀ ਇਹਨੂੰ ਵਧੀਆ ਲੱਗਣ ਲੱਗ ਜਾਂਦਾ ਹੈ। ਸਹਿਜੇ ਅਨਹਦ ਸ਼ਬਦ ਵਜਾਇਆ, ਫਿਰ ਉਹਦੇ ਅਨਹਦ ਸ਼ਬਦ ਅੰਦਰੋਂ ਹੀ ਚੱਲ ਪੈਂਦੇ, ਅੰਦਰੋਂ ਹੀ ਵਾਹਿਗੁਰੂ ਵਾਹਿਗੁਰੂ ਤੂੰ ਹੀ ਤੇਰਾ ਤੇਰਾ ਹੋਣ ਲੱਗ ਜਾਂਦਾ ਹੈ। ਜੋ ਮਰਜ਼ੀ ਕੰਮ ਕਰੇ ਅੰਦਰੋਂ ਦਾ ਮਨ ਹੈ ਜਿਹੜਾ ਅੰਦਰੋਂ ਪਰਮਾਤਮਾ ਦੀ ਸਿਫਤਾਂ ਕਰਦਾ ਰਹਿੰਦਾ ਹੈ। ਬਾਹਰ ਲੋਕਾਂ ਨਾਲ ਹੱਸਦਾ ਖੇਡਦਾ ਵੀ ਰਹਿੰਦਾ, ਪਰ ਉਹਦਾ ਮਨ ਹੈਗਾ ਉਹ ਪਰਮਾਤਮਾ ਨਾਲ ਲੱਗਿਆ ਰਹਿੰਦਾ ਹੈ। ਸਾਚਾ ਨਾਮ ਮੇਰਾ ਆਧਾਰੋ ਜਦੋਂ ਹੋ ਜਾਂਦਾ ਹੈ, ਉਹਨਾਂ ਦਾ ਅੰਦਰੋਂ ਫਿਰ ਲੋਗਨ ਸੰਗ ਮੇਰਾ ਠਾਠਾ ਬਾਗਾ। ਜਿਵੇਂ ਜਿਵੇਂ ਮਨ ਸਾਚਾ ਨਾਮ ਮੇਰਾ ਆਧਾਰੋ ਕਰਦਾ ਜਾਂਦਾ ਤੇ ਅੰਦਰੋਂ ਦਾ ਮਨ ਲੋਭ ਮੋਹ ਹੰਕਾਰ ਦੀ ਬਜਾਏ ਪਰਮਾਤਮਾ ਨਾਲ ਗੱਲਾਂ ਕਰਨ ਲੱਗ ਜਾਂਦਾ ਤੇ ਲੋਕਾਂ ਦੇ ਵਿੱਚ ਹੱਸਦਾ ਖੇਡਦਾ ਵੀ ਰਹਿੰਦਾ ਉਹ ਆਦਮੀ। ਇਸ ਤਰ੍ਹਾਂ ਹੀ ਅਨਹਦ ਸ਼ਬਦ ਦੀ ਅਵਸਥਾ ਬਣ ਜਾਂਦੀ ਹੈ। ਸਹਿਜੇ ਰੁਨ ਚੁਨਕਾਰ ਸਮਾਇਆ ਸੁਹਾਇਆ, ਸਹਿਜੇ ਰੁਨ ਚੁਨਕਾਰ ਸੁਹਾਇਆ, ਤਾਂ ਕੇ ਘਰ ਪਾਰ ਬ੍ਰਹਮ ਸਮਾਇਆ। ਗੁਰੂ ਸਾਹਿਬ ਕਹਿੰਦੇ ਜਦ ਸਹਿਜ ਦੀ ਅਵਸਥਾ 'ਚ ਤੁਸੀਂ ਪਹੁੰਚੋਗੇ, ਤੁਹਾਡੇ ਅੰਦਰ ਇੱਕ ਆਨੰਦ ਦੀ ਇੱਕ ਰਸ ਰੋਹ ਸੁਹਾਵ ਨਹੀਂ ਬਣੀ ਰਹਿੰਦੀ, ਅੰਦਰੋਂ ਹੀ ਇੱਕ ਜੋਸ਼ ਪੈਦਾ ਹੁੰਦਾ ਰਹਿੰਦਾ, ਅੰਦਰੋਂ ਇੱਕ ਪਾਵਰ ਮਿਲਦੀ ਰਹਿੰਦੀ ਹੈ। ਮਨ ਨਿਡਰ ਹੁੰਦਾ ਬਿਲਕੁਲ ਨਿਡਰ ਹੋ ਜਾਂਦਾ ਹੈ, ਬੇਪਰਵਾਹ ਹੋ ਜਾਂਦਾ ਹੈ। ਇਹ ਮਨ ਫਿਰ ਉਹਦੀ ਰਜਾ ਚੱਲਦਾ ਹੈ ਅਤੇ ਫਿਰ ਪਰਮਾਤਮਾ ਨੂੰ ਅੰਦਰੋਂ ਜਪਦਾ ਰਹਿੰਦਾ ਹੈ। ਤਾਂ ਕਿ ਘਰ ਪਾਰ ਬ੍ਰਹਮ ਸਮਾਇਆ। ਜੇ ਸਾਡੀ ਵੀ ਇਹ ਜਿਹੀ ਅਵਸਥਾ ਬਣ ਜਾਵੇ, ਅਨਹਦ ਸ਼ਬਦ ਚੱਲ ਪੈਣ, ਸਹਿਜ ਰੁਣ ਚੁਨਕਾਰ ਬਣ ਚੱਲ ਪਵੇ, ਸਮਝ ਲਓ ਸਾਡੇ ਘਰ 'ਚ ਵੀ ਪਰਮਾਤਮਾ ਆ ਕੇ ਵਸ ਗਿਆ, ਪ੍ਰਗਟ ਹੋ ਗਿਆ ਹੈਗਾ, ਸਾਡਾ ਵੀ ਉਹਦੇ ਨਾਲ ਮਿਲਾਪ ਹੋ ਗਿਆ। ਅਸੀਂ ਸਭ ਨੇ ਇਸ ਅਵਸਥਾ ਦੇ ਉੱਪਰ ਜਾਣਾ, ਫਿਰ ਜਾ ਕੇ ਪੰਜੇ ਕਾਬੂ ਆਉਂਦੇ ਆ, ਮਨ ਸ਼ਾਂਤ ਹੁੰਦਾ। ਫਿਰ ਅੱਗੇ ਲਾਸਟ ਪਦੇ 'ਚ ਗੁਰੂ ਸਾਹਿਬ ਕਹਿੰਦੇ ਆ, ਜਾ ਕੋ ਪਰਿਓ ਕਰਮਾ, ਸਹਿਜੇ ਗੁਰ ਭੇਟਿਓ ਸਚ ਧਰਮਾ, ਜਾ ਕੇ ਸਹਿਜ ਭਇਆ ਸੋ ਜਾਣੇ, ਨਾਨਕ ਦਾਸ ਤਾਂ ਕੇ ਕਰਵਾਣੇ। ਗੁਰੂ ਸਾਹਿਬ ਕਹਿੰਦੇ ਸਹਿਜ ਬੜੀ ਵੱਡੀ ਅਵਸਥਾ ਹੈ, ਇਹਦੇ ਵਾਸਤੇ ਅਰਦਾਸ ਕਰਿਆ ਕਰੀਏ, ਸਾਨੂੰ ਸਹਿਜ ਪ੍ਰਾਪਤ ਹੋ ਜਾਵੇ। ਅਰਦਾਸ ਕਰਿਆ ਕਰੀਏ ਮੈਨੂੰ ਵੀ ਜਾਸ ਜਪਣਾ ਆ ਜਾਵੇ, ਅਰਦਾਸ ਕਰੀਏ ਕਿ ਮੈਂ ਵੀ ਸਹਿਜ ਦੀ ਅਵਸਥਾ 'ਚ ਪਹੁੰਚ ਜਾਵਾਂ। ਗੁਰੂ ਸਾਹਿਬ ਕਹਿੰਦੇ ਜਿਹੜੇ ਸਹਿਜ ਦੀ ਅਵਸਥਾ 'ਚ ਪਹੁੰਚ ਜਾਂਦੇ, ਸਮਝ ਲਓ ਬੜੀ ਵੱਡੀ ਕਿਰਪਾ ਹੋ ਗਈ ਹੈ। ਨਹੀਂ ਹੋਈ ਤਾਂ ਅਰਦਾਸ ਕਰਿਆ ਕਰੀਏ। ਸਹਿਜੇ ਗੁਰ ਭੇਟਿਓ ਸਚ ਧਰਮਾ, ਪਰ ਗੁਰੂ ਸਾਹਿਬ ਕਹਿੰਦੇ ਸਹਿਜ ਦੀ ਅਵਸਥਾ ਤਾਂ ਹੀ ਹੋ ਸਕਦੀ ਹੈ ਜੇ ਤੁਸੀਂ ਗੁਰੂ ਨਾਲ ਭੇਟਾ ਕਰੋ, ਗੁਰੂ ਨਾਲ ਮਿਲਾਪ ਕਰੋ। ਗੁਰੂ ਫਿਰ ਜਦੋਂ ਮਿਲ ਜਾਂਦਾ ਹੈ, ਗੁਰੂ ਮੁਤਾਬਕ ਚੱਲਦਾ ਤਾਂ ਸਹਿਜ ਪੈਦਾ ਹੋ ਜਾਂਦਾ ਹੈ, ਉਹਦਾ ਸਿਮਰਨ ਦਾ ਧਰਮ ਬਣ ਜਾਂਦਾ ਹੈ, ਪਰਮਾਤਮਾ ਨੂੰ ਯਾਦ ਕਰਨਾ ਉਹਦਾ ਧਰਮ ਬਣ ਜਾਂਦਾ ਹੈ। ਪਰ ਗੁਰੂ ਤੋਂ ਬਿਨਾਂ ਨਹੀਂ। ਸਹਿਜ ਬਹੁਤ ਵੱਡੀ ਅਵਸਥਾ ਹੈ, ਬੜੀ ਵੱਡੀ ਪ੍ਰਾਪਤੀ ਹੈ, ਇਹ ਕੋਈ ਗੱਲਾਂ ਨਾਲ ਨਹੀਂ ਹੈ। ਗੁਰਬਾਣੀ ਸਮਝਣੀ ਪਊਗੀ, ਕਮਾਉਣੀ ਪਊਗੀ, ਹਿਰਦੇ 'ਚ ਵਸੂਗੀ, ਬਾਣੀ 'ਤੇ ਗੱਲਾਂ ਕਰਨੀਆਂ ਪੈਣਗੀਆਂ, ਭੇਟਾ ਕਰਨੀ ਪੈਂਦੀ ਗੁਰੂ ਨਾਲ, ਫਿਰ ਇਹ ਸਹਿਜ ਦੀ ਅਵਸਥਾ 'ਚ ਮਿਲਦਾ। ਫਿਰ ਪਰਮਾਤਮਾ ਕਿਰਪਾ ਕਰਦਾ। ਕਿਹਦੇ 'ਤੇ ਕਿਰਪਾ ਕਰਦਾ ਹੈ? ਸਹਿਜ ਦੀ, ਜਿਹੜਾ ਗੁਰੂ ਨਾਲ ਭੇਟਾ ਕਰਦਾ ਹੈ। ਗੁਰੂ ਅੱਜ ਕੌਣ ਹੈ? ਗੁਰੂ ਗ੍ਰੰਥ ਸਾਹਿਬ ਜੀ ਹਨ। ਇਹਦੇ ਨਾਲ ਅਸੀਂ ਭੇਟਾ ਕਰਨੀ ਹੈ। ਸਭ ਨੇ ਆਪ ਖੁਦ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਨੂੰ ਸਮਝਣਾ। ਇਕੱਲਾ ਜਪਜੀ ਸਾਹਿਬ 'ਤੇ ਨਾ ਬੈਠੀਏ। ਰਾਗਾਂ ਦੀ ਬਾਣੀ ਬੜੀ ਸੌਖੀ ਹੈ, ਇਹਨੂੰ ਸਮਝੀਏ, ਇਹਨੂੰ ਪੜ੍ਹਿਆ ਕਰੀਏ, ਫਿਰ ਜਪਜੀ ਸਾਹਿਬ ਦੀ ਵੀ ਸਮਝ ਆ ਜਾਂਦੀ ਹੈ। ਤਾਂ ਗੁਰੂ ਸਾਹਿਬ ਕਹਿੰਦੇ ਭਾਈ, ਸਹਿਜੇ ਜਾ ਕੋ ਪਰਿਓ ਕਰਮਾ, ਸਹਿਜੇ ਗੁਰ ਭੇਟਿਓ ਸਚ ਧਰਮਾ, ਜਾ ਕੇ ਸਹਿਜ ਪਿਆ ਸੋ ਜਾਣੇ,
ਨਾਨਕ ਦਾਸ ਤਾਂ ਕੇ ਕੁਰਬਾਨੇ। ਪਰ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਸਹਿਜ ਆ ਜਾਂਦਾ ਮੈਂ ਉਹਦੇ ਤੋਂ ਸਦਕੇ ਜਾਣਾ, ਉਹਨੂੰ ਸ਼ਾਬਾਸ਼ੇ ਦਿੰਦਾ, ਉਦੋਂ ਕੁਰਬਾਨ ਜਾਣਾ। ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਸਹਿਜ ਅਵਸਥਾ ਨੂੰ ਜਾਣ ਲਿਆ, ਸਹਿਜ ਅਵਸਥਾ ਚਲੇ ਗਏ, ਆਓ ਅਸੀਂ ਵੀ ਸਹਿਜ ਅਵਸਥਾ ਨੂੰ ਜਾਣੀਏ, ਸਹਿਜ ਅਵਸਥਾ ਪ੍ਰਾਪਤ ਕਰੀਏ, ਗੁਰੂ ਨਾਲ ਭੇਟਾ ਕਰੀਏ। ਇਸ ਸ਼ਬਦ ਦੇ ਵਿੱਚ ਸਹਿਜ ਦੀ ਪਰਿਭਾਸ਼ਾ ਦੱਸੀ ਹੈ। ਸਹਿਜ ਕੀ ਹੈ? ਇਹ ਬਹੁਤ ਵੱਡੀ ਪਦਵੀ ਹੈ, ਉਹ ਪਦਵੀ ਅਸੀਂ ਲੈਣੀ ਹੈ, ਸਹਿਜ ਦੀ ਅਵਸਥਾ ਜਾਣਾ ਹੈ। ਪਹਿਲੇ ਸ਼ਬਦ ਵਿੱਚ ਜਾਸ ਜਪਣਾ ਕਿਹਾ ਸੀਗਾ, ਦੂਜੇ ਸਹਿਜ ਹੈ, ਅਵਸਥਾ ਸੇਮ ਹੀ ਹੈ। ਇਸ ਅਵਸਥਾ 'ਤੇ ਅਸੀਂ ਪਹੁੰਚਣਾ ਹੈ, ਪਰ ਗੁਰੂ ਦਾ ਸ਼ਬਦ ਸਾਡੇ ਹਿਰਦੇ 'ਚ ਆਉਣਾ ਚਾਹੀਦਾ ਹੈ। ਆਓ ਵੱਧ ਤੋਂ ਵੱਧ ਬਾਣੀ 'ਤੇ ਵਿਚਾਰਾ ਕਰੀਏ, ਤਾਂ ਕਿ ਬਾਣੀ ਸਾਡੇ ਸੋਚ ਮੰਡਲ ਦੇ ਵਿੱਚ ਚੱਲਣ ਲੱਗ ਜਾਏ। ਜਿੰਨਾ ਚਿਰ ਬਾਣੀ ਸੋਚ ਮੰਡਲ 'ਚ ਨਹੀਂ ਚੱਲਦੀ, ਇਹ ਸਹਿਜ ਦੀ ਅਵਸਥਾ ਪ੍ਰਾਪਤ ਨਹੀਂ ਹੋਣੀ। ਆਓ ਬਾਣੀ 'ਤੇ ਵਿਚਾਰਾਂ ਕਰੀਏ। ਗੁਰੂ ਦੀ ਸੇਵਾ ਕੀ ਹੈ? ਸ਼ਬਦ ਵਿਚਾਰ ਹੀ ਹੈ, ਹੋਰ ਗੁਰੂ ਕੋਈ ਸੇਵਾ ਨਹੀਂ ਪਾਲਦਾ। ਉਹਦਾ ਕਹਿੰਦਾ ਹੈ ਬਾਣੀ ਸਮਝੋ, ਬਾਣੀ ਨੂੰ ਮਨ 'ਚ ਵਸਾਓ ਅਤੇ ਬਾਣੀ 'ਤੇ ਅਮਲ ਕਰੋ। ਤੁਹਾਡਾ ਪਰਮਾਤਮਾ ਨਾਲ ਮਿਲਾਪ ਹੋ ਜਾਊਗਾ, ਤੁਹਾਡੇ ਸਾਰੇ ਔਗਣ ਖਤਮ ਹੋ ਜਾਣਗੇ, ਮਨ ਰੱਜ ਜਾਊਗਾ। ਜਿਹੜਾ ਭੱਜਿਆ ਫਿਰਦਾ ਰੁਕ ਜਾਂਦਾ ਹੈ, ਆਨੰਦ ਦੇ ਵਿੱਚ ਆ ਜਾਂਦਾ ਹੈ, ਸਾਰੇ ਡਰ ਦੁੱਖ ਖਤਮ ਹੋ ਜਾਂਦੇ ਆ, ਬੜੀਆਂ ਵੱਡੀਆਂ ਪ੍ਰਾਪਤੀਆਂ ਹੁੰਦੀਆਂ, ਇੰਨੇ ਸੁੱਖ ਮਿਲਦੇ ਆ ਕਿ ਦੱਸੇ ਨਹੀਂ ਜਾ ਸਕਦੇ। ਆਓ ਅਸੀਂ ਵੀ ਇਹ ਕੋਰਸ ਕਰੀਏ, ਗੁਰੂ ਦਾ ਕਹਿਣਾ ਮੰਨੀਏ, ਇਹਨਾਂ ਅਵਸਥਾ 'ਤੇ ਪੜ੍ਹੀਏ। ਨਹੀਂ ਪਹੁੰਚਿਆ ਜਾਂਦਾ ਤਾਂ ਅਰਦਾਸਾਂ ਕਰੀਏ, ਸਾਨੂੰ ਵੀ ਸਹਿਜ ਅਵਸਥਾ ਦੇ ਵਿੱਚ ਪਹੁੰਚਾ ਦਿਓ, ਸਾਡੇ 'ਤੇ ਕਿਰਪਾ ਕਰ ਦਿਓ। ਫਿਰ ਉਹ ਕਿਰਪਾ ਕਰ ਦਿੰਦਾ ਹੈ। ਸੋ ਸਾਧ ਸੰਗਤ ਜੀ, ਇਹਨਾਂ ਦੋਹਾਂ ਸ਼ਬਦਾਂ 'ਚ ਬੜੀ ਡਿਟੇਲ 'ਚ ਗੁਰੂ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਹੈ। ਜੇ ਸਾਨੂੰ ਸਮਝ ਆ ਜਾਵੇ, ਸਾਡੀ ਕਿਸਮਤ ਖੁੱਲ੍ਹ ਸਕਦੀ ਹੈ, ਕਿਸਮਤ ਬਣ ਸਕਦੀ ਹੈ, ਸਾਡਾ ਵੀ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ। ਸੋ ਸਾਧ ਸੰਗਤ ਜੀ, ਉਸ ਮਾਲਕ ਦੀ ਕਿਰਪਾ ਦੇ ਨਾਲ ਅਸੀਂ ਇਹਨਾਂ ਦੋਹਾਂ ਸ਼ਬਦਾਂ 'ਤੇ ਵਿਚਾਰ ਕੀਤੀ ਹੈ। ਜਿੰਨੀ ਕੁ ਉਹਨੇ ਸੋਝੀ ਬਖਸ਼ੀ ਉਨੀ ਕੁ ਵਿਚਾਰ ਕੀਤੀ ਹੈ। ਪਰ ਵਿਚਾਰ ਕਰਦਿਆਂ ਤੋਂ, ਬਾਣੀ ਪੜ੍ਹਦਿਆਂ ਤੋਂ ਅਨੇਕਾਂ ਗਲਤੀਆਂ ਹੋਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣਯੋਗ ਹੈ, ਭੁੱਲਣਹਾਰ ਹੈ ਅਸੀਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹਾਂ ਸਾਧ ਸੰਗਤ ਜੀ, ਭੁੱਲਾਂ ਚੁੱਕਾਂ ਦੀ ਮਾफ़ੀ ਦੇ ਦੇਣਾ। ਪਰ ਬਾਣੀ 'ਤੇ ਵਿਚਾਰ ਜ਼ਰੂਰ ਕਰ ਲੈਣਾ, ਬਾਣੀ ਵਿਚਾਰ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰ ਲੈਣਾ। ਇਹਨਾਂ ਕਹਿੰਦੇ ਖਿਮਾ ਦੇ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ पाते अपर न तेरी